ਜੰਬਾ ਸਾਹਿਬ ਜਿਹੜੇ ਨੇ ਉਹ 13ਵੇਂ ਇਮਾਮ ਨੇ, ਬਸ ਗੱਲ ਮੁੱਕ 15ਵੇਂ ਉਹਨਾਂ ਵਾਲਾ ਨੇ 15ਵੇਂ ਇਮਾਮ, ਬਸ ਗੱਲ ਮੁੱਕ ਗਈ। ਪੰਮ ਮਾਨਾ ਗੂਗੀ ਥੱਲੇ 'ਚ ਇੱਥੇ ਕੌਣ ਹੈ ਹੋਰ ਕੌਣ ਕੌਣ ਬੈਠਾ ਹੋਇਆ ਹੈ? ਕਸ਼ਮੀਰੀ ਸਾਹਿਬ ਬੈਠੇ ਨੇ, ਅਲੀ ਹਕ ਸਾਹਿਬ, ਮੋਹਨ ਸਾਹਿਬ, ਉਹ ਮਲਕ ਕੈਸਰ ਵੀ ਬੈਠਾ ਹੈ। ਮਲਕ ਕੈਸਰ ਔਰ ਤੁਸੀਂ ਇੱਥੇ ਸੂਹ ਲਾਉਂਦੇ ਪਏ ਹੋ, ਕੌਣ ਜੌਨਸਨ ਜਸੂਸ? ਬਈ ਮਲਕ ਕੈਸਰ ਨੇ ਕੱਲ ਜਿਹੜਾ ਮੈਂ ਕਹਿੰਦਾ ਜੀ ਕਿਆ ਬਾਤ ਕੀ ਤਕਰੀਰ ਕੀਤੀ ਹੈ ਮੀਰ ਲਤੀਫ ਦੇ ਨਾਲ। ਹਾਂ ਯਾਰ ਉਹ ਬਸ ਮੁਕਾਬਲਾ ਜਿਹੜਾ ਸੀ ਜ਼ਬਰਦਸਤ ਸੀ, ਬਰਾਬਰ ਦਾ ਮੁਕਾਬਲਾ ਹੈ ਕੁਫਰ ਔਰ ਇਸਲਾਮ ਦਾ, ਲੇਕਿਨ ਇਸਲਾਮ ਜਿੱਤਿਆ। ਕਿੰਨੇ ਜ਼ਿਆਦਾ ਗਾਲਾਂ ਕੱਢੀਆਂ ਨੇ ਮਲਕ ਕੈਸਰ ਨੇ ਜਾਂ ਮੀਰ ਲਤੀਫ ਸਾਹਿਬ ਨੇ? ਮੈਂ ਪਹਿਲੇ ਗਾਲ ਨਹੀਂ ਕੱਢੀ, ਮੈਂ ਹਲਫਨ ਕਹਿਣਾ ਮੈਂ ਪਹਿਲੇ ਗਾਲ ਨਹੀਂ ਕੱਢੀ। ਜਜ਼ਬਾਈ ਇਮਾਨੀ ਕਿਹਦੇ ਚ ਹੋਏਗਾ ਜ਼ਿਆਦਾ? ਜਜ਼ਬਾਈ ਇਮਾਨੀ ਕਿਹਦਾ ਯਾਰ ਅਸਲ 'ਚ ਉਹ ਟਾਇਰਾਡ ਉਹਨਾਂ ਦਾ ਵੀ ਖੋਲ ਤਾਂ ਮੈਂ ਬੜੀ ਕੋਸ਼ਿਸ਼ ਜ਼ਿਆਦਾ ਕੀਤੀ। ਕਿੰਨੇ ਕੱਢੀਆਂ ਨੇ ਗਾਲਾਂ, ਤੁਸੀਂ ਜਾਂ ਮੀਰ ਸਾਹਿਬ? ਇਹ ਜਾਣ ਕੇ ਉਹਨੂੰ ਪਤਾ ਹੈ ਕਿ ਉਹ ਮਲਕ ਕੈਸਰ ਦਾ ਕੋਈ ਮੁਕਾਬਲਾ ਨਹੀਂ ਜੀ। ਨਹੀਂ ਮਲਕ ਕੈਸਰ ਸਾਹਿਬ ਬਿਲਾ ਮੁਕਾਬਲਾ ਮੁਸਲਮਾਨ ਕभी नहीं हारता। ਮੈਂ ਹਾਲਾਂ ਨੂੰ ਆਜ਼ੇ ਨਾਜ਼ੇ ਜਾਣ ਕੇ ਕਹਿਣਾ ਪਹਿਲੇ ਉਹਨਾਂ ਨੇ ਕੀਤਾ ਕੰਮ ਸਟਾਰਟ। ਨਹੀਂ ਤੁਸੀਂ ਅਖੀਰ ਕੀਤੀ ਹੈ, ਉਹ ਪਹਿਲ ਤੇ ਉਹਨਾਂ ਨੇ ਕੀਤੀ ਸੀ। पहल की थी नहीं की है। अमीर लतीफ ने पहल की थी वाकई। हाँ बा खुदा नहीं ताहिर साहब हाँ जी गलत बात, गलत 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 गलत। अगर वो ना करते मैं उनको कभी भी ऐसी बात गलत अपने आप मेरे साथ पूरी रात बात करते रहे, अमीर लतीफ मैं का कभी क्या आपके साथ बदतमीजी नहीं करूँगा। बात यह है कि मेरी पूरी कोशिश थी, क्योंकि मैं जानता था कि ये बात इस नैज तक पहुँची, क्योंकि उनको बहुत ज़्यादा तंग किया जा रहा है। उनके ऊपर मतलब वो मतलब जो लोग उनको नहीं जानते वो नहीं जानते, लेकिन वो ताहिर जानते अमजद हैं। साहब बात सुने ਨਹੀਂ ਨਹੀਂ ਤਾਹਿਰ ਅਮਜਦ ਸਾਹਿਬ ਸਹੀ ਕਹਿ ਰਹੇ, ਮੈਂ ਇਹਨਾਂ ਦੀ ਤਾਇਦ ਕਰਾਂਗਾ। ਮੈਂ ਵੀ ਸੁਣ ਰਿਹਾ ਸੀ, ਇਹਨਾਂ ਨੇ ਕੋਸ਼ਿਸ਼ ਕੀਤੀ ਸੀ, ਲੇਕਿਨ ਜਿਸ ਤਰ੍ਹਾਂ ਇਹਨਾਂ ਨੇ ਦੇਖਿਆ ਕਿ ਗਾਲਾਂ ਸਟਾਰਟ ਹੋਈਆਂ ਨੇ, ਇਹਨਾਂ ਨੇ ਛਲਾਂਗ ਲਾ ਦਿੱਤੀ ਉਤੋਂ ਨਾ, ਇਹ ਬਰਾਡ ਤੋਂ ਥੱਲੇ ਸੀਗਾ। ਮੈਂ ਮੀਰ ਸਾਹਿਬ ਨੂੰ ਇਹੀ ਕਿਹਾ ਸੀ ਨਵੀਦ ਦੇ ਉੱਤੇ ਡਿੱਗੇ ਨੇ ਤੁਸੀਂ ਜਾ ਕੇ। ਮਲਕ ਕੈਸਰ ਸਾਹਿਬ ਹੈ ਤੁਹਾਨੂੰ ਇੰਗੇਜ ਕਰਨ ਦੀ, ਮੁਸ਼ਤਿਲ ਕਰਨ ਦੀ भरपूर कोशिश करनी है, और ये सोची समझी स्कीम दे तहत है। एक नहीं दो नहीं, एक मतलब ਜਿਹੜਾ ਇਹਨਾਂ ਦਾ ਇੱਕ ਇਰਾਦਾ ਹੈ ਕਿ ਜਿੱਥੇ ਮੀਰ ਲਤੀਫ ਸਾਹਿਬ ਨਜ਼ਰ ਆਣ ਨਾ ਆਪਣਾ ਯੂਰੋ ਦਾ ਰੰਡੀ ਰੋਣਾ ਲੈ ਕੇ ਬਹਿ ਜਾਣਾ। ਇਹ ਸਾਨੂੰ ਆਮਿਰ ਨਜ਼ੀਰ ਸਾਹਿਬ ਦੀ ਹਦਾਇਤ ਹੈ ਇਹ ਦੋ ਬੰਦਿਆਂ ਨੂੰ ਮੈਂ ਕਿਉਂ ਝੂਠ ਬੋਲਾਂ, ਜਾਂ ਮੈਂ ਸਿੱਧੀ ਗੱਲ ਮੈਂ ਕਿਉਂ ਨਾ ਕਰਾਂ। ਆਮਿਰ ਨਜ਼ੀਰ ਸਾਹਿਬ ਨੇ ਕਿਹਾ ਤੁਹਾਨੂੰ ਜਿੱਥੇ ਇਹ ਬੰਦਾ ਟਕਰੇ ਇਹਨੂੰ ਕਹਿਣਾ ਜਾਂ ਮਾਫੀ ਮੰਗ ਤੇ ਜਾਂ ਹਵਾਲਾ ਦੇ। हाँ हाँ मैंने देखा भैया खोटा नाले बाबा रात रह गया बस ਜਾਂ ਮਾਫੀ ਮੰਗੋ ਤੇ ਜਾਂ ਹਵਾਲਾ ਦਿਓ। ਜਿੱਥੇ ਤੁਹਾਨੂੰ ਮਿਲਣ ਇਹਨਾਂ ਨਾਲ ਕੋਈ ਹੋਰ ਗੱਲ ਨਹੀਂ ਸਾਹਿਬ। ਜਿੱਥੇ ਤੁਸੀਂ ਬਾਬਾ ਦੇਖੋ ਨਾ ਮੀਰ ਲਤੀਫ ਉੱਤੇ ਗਾਣਾ ਗਾਇਆ ਕਿ ਮੈਨੂੰ ਦੇ ਗਿਆ ਰੁਪਈਆ ਕੋਟਾ ਨਾਲੇ ਬਾਬਾ ਰਾਤ ਰਹਿ ਗਿਆ। ਬੰਦਾ ਟੱਪ ਕੇ ਢਾ ਗਿਆ ਕੋਠਾ ਨਾਲੇ ਬਾਬਾ ਰਾਤ ਰਹਿ ਗਿਆ। ਮੈਂ ਪਤਲੀ ਤੇ ਉਹ ਸੀ ਮੋਟਾ ਨਾਲੇ ਬਾਬਾ ਰਾਤ ਰਹਿ ਗਿਆ। ਬਾਦਸ਼ਾਹ ਸਾਹਿਬ ਉਹ ਤੁਹਾਡੇ ਅਹਿਮ ਦੀ ਬਜ਼ੁਰਗ ਨੇ, ਇਹੋ ਜਿਹੀ ਗੱਲ ਨਾ ਕਰੋ। ਨਹੀਂ ਉਹ ਬਜ਼ੁਰਗ ਨੇ, ਉਹ ਮਤਲਬ ਮੈਂ ਯਾਰ ਆਪ ਲੋਕੀ ਜਿਹੜੇ ਨੂੰ ਜਾਣਦੇ ਨੇ ਔਰ ਬਜ਼ੁਰਗ ਬੰਦੇ ਨੇ, ਤੁਸੀਂ ਮੈਂ ਆਪ ਵੀ ਬਜ਼ੁਰਗ ਹਾਂ ਯਾਰ। ਮੈਂ ਕਿਹੜਾ ਗੱਲ ਸੁਣੋ ਨਾ, ਗੱਲ ਆਪਣੀ ਬਜ਼ੁਰਗੀ ਦਾ ਖਿਆਲ ਕਰੋ, ਉਹਨਾਂ ਦਾ ਨਹੀਂ ਕਰਨਾ ਤੇ ਆਪਣਾ ਖਿਆਲ ਕਰ ਲਓ ਨਾ। ਮੈਂ ਆਪਣਾ ਨਹੀਂ ਖਿਆਲ ਕਰਨਾ ਨਾ। ਇਹ ਸਾਹਿਬ ਸਮਝਾਓ ਇਹਨਾਂ ਨੂੰ। और नहीं कल इन्होंने बड़ी मेहनत देना टायराइड खोलिया पहले, मतलब कैसर साहब ने, फिर टायराइड खुल गया तो फिर ਤੁਹਾਨੂੰ ਪਤਾ ਕੀ ਹੁੰਦਾ ਹੈ। यार मेरे एडी कोशिश की ना, ਮੈਨੂੰ ਅਫਸੋਸ ਇਸ ਚੀਜ਼ ਦਾ ਹੋਇਆ। ਮੈਂ ਉਹਨਾਂ ਨੂੰ ਮੀਰ ਲਤੀਫ ਸਾਹਿਬ ਨੂੰ ਕੌਣ ਲੋਗ ਤੁਸੀਂ ਨਹੀਂ ਸੰਭਾਲ ਸਕੇ ਯਾਰ? ਕੌਣ ਲੋਗੋ ਕਿਸ ਡਿਜ਼ਾਈਨ ਦੇ ਹੋ ਤੁਸੀਂ? ਨਹੀਂ ਉਹਦੇ ਵਿੱਚ ਇਹ ਹੋਇਆ ਕਿ ਇਹਨਾਂ ਨੇ ਨਾ ਜ਼ਾਹਿਰ ਹੈ ਇੱਕ ਸ਼ਰਾਰਤ ਉਹ ਚਵਾਤੀ ਲਾਣੀ ਹੁੰਦੀ ਹੈ। ਉਹ ਤੁਸੀਂ ਇੱਕ ਵਾਰੀ ਅੱਗ ਲਾਣ ਲੱਗਦੇ ਹੋ, ਕੋਈ ਤੀਲੀ ਫੂਕ ਮਾਰ ਦਿੰਦਾ ਉਹਨਾਂ ਦੇ ਇਮਾਨ ਦਾ ਹਿੱਸਾ ਹੈ, ਤੁਸੀਂ ਸਮਝੋ ਹੈ ਉਹਨਾਂ ਦੇ ਇਮਾਨ ਦਾ ਹਿੱਸਾ ਹੈ। ਨਹੀਂ ਉਹ ਦਮ ਤੇ ਬਰਕਾਤੁ ਹੁਆਲੀਆ ਜਿਹੜੇ ਨੇ ਆਮਰ ਨਜ਼ੀਰ ਸਾਹਿਬ ਦਮ ਤੇ ਬਰਕਾਤੁ ਹੁਆਲੀਆ ਉਹਨਾਂ ਦਾ ਹੁਕਮ ਹੈ, ਰਸੂਲ ਅੱਲਾਹ ਤੋਂ ਬਾਅਦ ਉਹਨਾਂ ਦਾ ਹੁਕਮ ਚੱਲਦਾ ਇਸਲਾਮ ਵਿੱਚ। ਅੱਛਾ ਇੱਕ ਚੀਜ਼ ਹੋਰ ਨੋਟ ਕੀਤੀ ਹੈ ਤੁਸੀਂ, ਇਹਨਾਂ ਦੀ ਜਿਹੜੀ ਗੁਫ਼ਤਗੂ ਹੋਈ ਹੈ ਮੀਰ ਸਾਹਿਬ ਦੀ ਔਰ ਮਲਕ ਕੈਸਰ ਸਾਹਿਬ ਦੀ, ਮਲਕ ਕੈਸਰ ਸਾਹਿਬ ਉਹਨਾਂ ਨੂੰ ਕਹਿ ਰਹੇ ਨੇ ਤੁਸੀਂ ਅਹਿਮਦੀ ਹੋ, ਤੁਸੀਂ ਕਿਉਂ ਗਾਲਾਂ ਕੱਢ ਰਹੇ? ਗੱਲ ਹੈ ਨਾ ਕਿ ਮੈਨੂੰ ਤੇ ਵਾਕਈ ਜਿਹੜਾ ਨਾ ਮਤਲਬ ਮੈਨੂੰ ਹੈਰਤ ਵੀ ਹੋ ਰਹੀ ਸੀ ਕਿ ਮੀਰ ਸਾਹਿਬ ਨੂੰ। ਤਾਹਿਰ ਅਮਜਦ ਸਾਹਿਬ ਤੁਹਾਨੂੰ ਇੱਕ ਗੱਲ ਦੱਸਾਂ, ਮੈਨੂੰ ਤੁਹਾਡੀ ਜਮਾਤ ਦੇ ਇੱਕ बहुत सीनियर बंदे ने कॉल की थी। उसने कहा आप मुझे बताएं कि ये मामला हुआ क्या था। कसम खा के कह रहे मेरे को रिकॉर्डिंग है, ਤੁਹਾਨੂੰ ਕਹੋਗੇ ਮੈਂ ਤੁਹਾਨੂੰ ਸੈਂਡ ਕਰ ਦਿਆਂਗਾ। ਅਜੇ ਨਹੀਂ, ਅਗਰ ਤੁਸੀਂ ਕਰਨਾ ਨਾ ਤਾਂ ਉਹਨਾਂ ਕੋ ਕਿ ਤਾਹਿਰ ਅਮਜਦ ਨਾਲ ਰਾਬਤਾ ਕਰ ਲੈਣਾ, ਉਹ ਸਮਝਾ ਦੇਣ। ਮੈਂ ਕਹਿ ਦਿੱਤਾ, ਮੈਂ ਕਿਹਾ ਜੀ ਇਹ ਬੰਦੇ ਗਵਾਹ ਸਨ,
ਤੁਸੀਂ ਇਹ ਮਾਮਲਾ ਹੋਇਆ ਹੈ। ਮਲਕ ਜੀ ਗੱਲ ਸੁਣੋ, ਇੱਕ ਤੁਸੀਂ ਚੀਜ਼ ਨੂੰ ਐਪਰੀਸ਼ੀਏਟ ਕਰੋਗੇ, ਸਾਡੇ ਉੱਤੇ ਕੋਈ ਹੈ ਨਾ ਬੰਦਾ, ਹਾਂ ਹੁਣ ਅਸੀਂ ਤੁਹਾਡੀ ਕਿਹਨੂੰ ਸ਼ਿਕਾਇਤ ਲਾਈਏ, ਸਾਨੂੰ ਵੀ ਦੱਸੋ ਕੋਈ ਬੰਦਾ। ਆਮਿਰ ਨਜ਼ੀਰ ਸਾਹਿਬ ਨੂੰ ਲਾ ਦਿਓ, ਮੈਂ ਬਾਬੇ ਬਾਬਾ ਰਾਤ ਰਹਿ ਗਿਆ ਇੱਥੇ ਆ ਕੇ, ਬਸ ਗੱਲ ਮੁੱਕ ਜਾਂਦੀ ਹੈ। ਮੈਨੂੰ ਦੇ ਗਿਆ ਰੁਪਈਆ ਖੋਟਾ ने कहा, और कसमें उस बंदे ने कहा कि इसमें ਤੁਸੀਂ ਅਲੀ ਹੱਕ ਨੂੰ ਫੋਨ ਕਰਦੇ ਇੱਕ ਮੈਂ ਕਿਹਾ ਸ਼ੁਕਰੇ ਮਲਕ ਕੈਸਰ ਨੇ ਨਹੀਂ ਕਿਹਾ ਅਲੀ ਹੱਕ ਨੂੰ ਕਰੋ ਫੋਨ, ਤੁਹਾਡਾ ਉਹੀ ਪਾਵਾ ਨਹੀਂ ਇੱਕ ਭਾਬੀ ਉਤੋਂ ਉਲਾਮਾ ਤੇ ਔਰ ਉਹ ਕਹਿੰਦਾ ਮੇਰਾ ਮਜ਼ਹਬ ਹੀ ਜਿਹੜਾ ਰੱਬੇ ਕਾਦੀਆਨੀਅਤ ਉਹ ਮੇਰੇ ਯਾਰ नहीं इस टाइम उन्होंने आमिर नज़ीर साहब ਦਾ ਬਹੁਤ ਬੜੀ ਫੈਨ ਫਾਲੋਇੰਗ ਹੈ, ਉਹਨਾਂ ਦੀ ਗੱਲ ਬੜੀ ਮੰਨੀ ਜਾਂਦੀ ਹੈ। ਬਿਲਕੁਲ, ਉਹ ਮੈਂ ਖਿਆਲ ਜ਼ਾਕਿਰ ਨਾਇਕ ਦੇ ਬਜਾਏ ਇਹਨਾਂ ਨੂੰ ਜਾਣਾ ਚਾਹੀਦਾ ਸੀ, ਉੱਥੇ ਜਾ ਕੇ ਚੌਲਾ ਮਾਰਨ ਡਿਆ। ਮੈਂ ਕਹਿੰਦਾ ਨਰਗਿਸ ਰੀਮਾ ਦੀ ਨਹੀਂ ਐਨੀ ਫੋਲੋਇੰਗ ਹੈ। ਅੱਛਾ, ਮੈਨੂੰ ਤਾਂ ਹਾਸਾ ਆਇਆ ਕਿ ਜ਼ਾਕਿਰ ਨਾਇਕ ਸਾਹਿਬ ਉੱਥੇ ਜਾ ਕੇ ਸ਼ਿਕਾਇਤ ਲਾ ਰਹੇ ਨੇ ਕਿ ਮੇਰੇ ਓਵਰ weight ਦਾ ਜਿਹੜਾ ਹੋਇਆ ਨਾ, ਐਕਸਟਰਾ weight ਦਾ ਪੀਆਈਏ ਨੇ 50% ਡਿਸਕਾਊਂਟ ਦਿੱਤਾ, ਮੈਂ ਇੰਡੀਆ ਜਾਂਦਾ ਤੇ ਮੈਨੂੰ ਸਾਰਾ ਲੱਭ ਜਾਣਾ। ਉਹ ਯਾਰ ਮਤਲਬ ਕੋਈ ਅਖੀਰ ਹੁੰਦੀ ਹੈ ਯਾਰ, ਕੋਈ ਮਤਲਬ ਇਹ ਭਾਬੀਆਂ ਨੂੰ ਕੋਈ ਨਹੀਂ ਲੱਭਦਾ ਕਿ ਉਹਨੂੰ ਸਮਝਾ ਹੀ ਦੇ। ਉਹ ਨਿੱਕੀ ਨਿੱਕੀ ਕੁੜੀਆਂ ਵਿਚਾਰੀਆਂ ਕਹਿੰਦਾ ਮੈਂ ਮੇਰੀ ਬੇਪਰਦਗੀ ਹੁੰਦੀ ਹੈ, ਮੈਂ ਨਾ ਦੱਸੋ ਯਾਰ ਖੁਦਾ ਦੀ ਤੇ ਉੱਥੇ ਜਿਹੜੀਆਂ ਸੋਹਣੀਆਂ ਸੋਹਣੀਆਂ ਬੁੱਢੀਆਂ ਦੇ ਉਹਨਾਂ ਨੂੰ ਕੋਲ ਬਿਠਾ ਕੇ ਉਹਨਾਂ ਨੂੰ ਇਸਲਾਮ ਕਬੂਲ ਕਰਾਉਂਦਾ ਹੈ। ਮਾਈ ਸਿਸਟਰ ਕਮ ਹੇਅਰ, ਕਬੂਲ ਦਾ ਇਸਲਾਮ। ਉਹਨੂੰ ਮੈਂ ਲੋ ਸਮਝ ਨਹੀਂ ਆ ਰਹੀ ਕਿ ਮਤਲਬ ਕੀ ਬਣਨਾ ਨਾ। ਉਹ ਬਸ ਉਹਦਾ ਮੁੰਡਾ ਤਿਆਰ ਹੋ ਗਿਆ, ਮੁੰਡਾ ਉਹਦਾ ਗੱਦੀ ਤੇ ਬਹਿ ਗਿਆ, ਉਹਦਾ ਮੁੰਡਾ ਤਿਆਰ ਹੋ ਗਿਆ, ਹੁਣ ਉਹ ਵੀ ਕੇਸ਼ ਆਪਣੇ ਪਿਓ ਕਿ ਨਹੀਂ ਕਰਦਾ। ਉਹ ਛੋਟਾ ਪੁੱਤਰ ਉਹਦਾ ਉਹ ਆ ਗਿਆ ਮੈਦਾਨ ਵਿੱਚ। ਨਹੀਂ ਨਹੀਂ ਅੱਛਾ ਇਫੈਕਟਿਵ ਹੈ, ਮਤਲਬ ਗੁੱਡ ਇਨ ਸਮ ਏਰੀਆ। ਲੇਕਿਨ ਜਦੋਂ ਮਤਲਬ ਪਾਕਿਸਤਾਨੀ ਜਿਹੜੀ ਕੌਮ ਹੈ ਉਹ ਤੇ ਆਪਣੀ ਵੈਸੇ ਤੇ ਉਹ ਸੁਣ ਰਵੇ ਤੇ ਸੋਨੀ ਰਵੇ, ਲੇਕਿਨ ਆਪਣੀ ਆਈ ਤੇ ਆ ਜਾਵੇ ਤੇ ਫਿਰ ਕਟਾ ਕਟੀ ਕੱਢ ਦਿੰਦੀ ਹੈ ਨਾ। ਉਹ ਚੱਕਰ ਹੈ, ਇੰਡੀਆ ਚ ਰਹਿੰਦਾ, ਉਹਦਾ ਬਹੁਤਾ ਕੋਈ ਕੰਪੀਟੀਸ਼ਨ ਨਹੀਂ ਹੈ। ਇੱਥੇ ਹੁੰਦਾ ਤੇ ਤੁਸੀਂ ਇੱਕ ਤੋਂ ਵੱਧ ਕੀ ਇੱਕ ਮੌਲਵੀ ਉਹਨੇ ਕਹਿੰਦਾ ਤੂੰ ਸਾਡਾ ਸਿਖਾਈ ਜਾਣਾ ਪਿਆ ਪੀਸ ਆਫ ਪਾਏ, ਚੱਲ ਤੇਰੀ ਐਸੀ ਦੀ ਤੈਸੀ, ਤੂੰ ਕਾਫਰ। ਉਹ ਇੱਥੇ ਕੋਈ ਮੌਲਵੀ ਉੱਤੇ ਚੜੇ, ਉਹਦੇ ਪੈਸੇ ਬਹੁਤੇ ਹੋ ਜਾਣ, ਮੁਸੀਬਤ ਹੋਇਆ ਕਹਿੰਦਾ ਆਪਣਾ ਕਾਫਰ ਮੁਸਲਿਮ ਮੁਬਸ਼ਰ ਨੂੰ ਫੜ ਕੇ ਅੰਦਰ ਭੇਜਤਾ। ਹੁਣ ਉਹ ਕਾਰੀ ਮਸੂਦ ਆ ਕੇ ਫਸ ਗਿਆ ਵਿਚਾਰਾ। ਇੰਡੀਆ ਦੇ ਵਿੱਚ ਜਿਹੜਾ ਨਾ ਇਹ ਵਾਬੀਜ਼ਮ ਜਾਂ ਇਸ ਤਰ੍ਹਾਂ ਚੱਲ ਜਾਂਦਾ, ਪਾਕਿਸਤਾਨ ਦੇ ਵਿੱਚ ਜਿਹੜਾ ਨਾ ਇਹਸਾਨ ਲਈ ਜ਼ਹੀਰ ਵਰਗੇ ਔਰ ਇਬਤਸਾਮ ਵਾਬੀਆਂ ਨੂੰ ਇੱਕ ਖਾਸ ਲੈਵਲ ਤੱਕ ਹੀ ਜਿਹੜਾ ਨਾ ਐਕਸੈਪਟੈਂਸ ਮਿਲ ਜਾਂਦੀ ਹੈ। ਜ਼ਿਆਦਾ ਚੜਨ ਲੱਗਣ ਨਾ ਤੇ ਸਾਈ ਤੁਨਾ ਦਿੰਦੇ ਨੇ। ਜਿਸ ਤਰ੍ਹਾਂ ਸ਼ੀਆ ਤੇ ਅਹਿਮਦੀਆਂ ਦੀ ਪ੍ਰਮੋਸ਼ਨ ਜਿਹੜੀ ਮੈਕਸਿਮਮ ਅਹਿਮਦ ਜਿਹੜਾ ਫੁੱਲ ਕਰਨਲ ਤੱਕ ਤੇ ਸ਼ੀਆ ਬ੍ਰਿਗੇਡੀਅਰ ਤੱਕ। ਨਹੀਂ, ਉਹ ਅਹਿਮਦੀਆਂ ਲਈ ਜਿਹੜੀ ਫੌਜ ਦੇ ਵਿੱਚ ਹੈ ਉਹ ਜਿਹੜੀ ਇੰਸਟਰਕਸ਼ਨ ਨੇ, ਮੈਂ ਤੁਸੀਂ ਮੇਰੇ ਤੋਂ ਬਹੁਤ ਬਿਹਤਰ ਜਾਣਦੇ ਹੋ ਕਿ ਇਹਨਾਂ ਦੇ ਅੰਡਰ ਕੋਈ ਕਮਾਂਡ ਨਹੀਂ ਦੇਣੀ। ਹਾਂ, ਉਹ ਐਡਮਿਨਿਸਟ੍ਰੇਟਿਵ ਅਪਾਇੰਟਮੈਂਟ ਮਿਲਦੀ ਹੈ, ਨਾਟ ਆਪਣਾ ਫੀਲਡ ਕਮਾਂਡ ਨਹੀਂ ਹੁੰਦੀ, ਯਾਨੀ ਕਿ ਫਾਈਟਿੰਗ ਜਿਹੜੀ ਯੂਨਿਟ ਸੀ ਉਹਦੀ ਕਮਾਂਡ ਨਹੀਂ ਦੇਣਗੇ। ਅਲਬੱਤਾ ਲੈਫਟੀਨੈਂਟ ਕਰਨਲ ਨੂੰ ਦੇ ਦਿੰਦੇ ਨੇ ਰੈਜੀਮੈਂਟਲ ਲੈਵਲ ਤੱਕ, ਕਿਉਂਕਿ ਲੈਫਟੀਨੈਂਟ ਕਰਨਲ ਹੁੰਦਾ ਨਾ ਰੈਜੀਮੈਂਟ ਦਾ ਜਿਹੜਾ ਸੀਈਓ ਹੁੰਦਾ, ਉਸ ਤੋਂ ਬਾਅਦ ਬ੍ਰਿਗੇਡ ਉਹ ਸਿਸਟਮੈਟਿਕਲੀ ਇਹੀ ਕਹਿੰਦੇ ਨੇ ਕਿ ਮੇਜਰ ਤੋਂ ਉੱਤੇ ਜਿਹੜਾ ਨਾ ਰੈਂਕ ਨਾ ਹੀ ਜਾਣ ਤੇ ਅੱਛਾ। ਨਹੀਂ ਖੈਰ ਮੇਜਰ ਦੇ ਉੱਤੇ ਆਪਣਾ ਤਾਂ 80% ਵੈਸੇ ਹੀ ਨਹੀਂ ਜਾਂਦੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਟਸ ਬ੍ਰੌਡ ਬੇਸ pyramid ਕਿ irrespective of your religion maximum people retire as a major, only 20% they are promoted to the lieutenant colonel, and then less than 2-3% go to brigadier, and then 3-star 4-star general। वो तो automatically है ना कि जिन्नी कोर्स या डिवीजन होएगी और उन्नी जर्नैल चाहिए ने ना। तो नाले ਇਹ ਡਿਪੈਂਡ ਕਰਦਾ ਨਾ ਕਿ ਹੁਣ ਕੋਈ ਮੈਡੀਕਲ ਦੇ ਵਿੱਚ ਤੇ ਉਹਨੂੰ ਤੇ ਭਾਵੇਂ ਜੋ ਮਰਜ਼ੀ ਬਣਾ ਦੇਣ, ਭਾਵੇਂ ਜਨਰਲ ਬਣਾ ਦੇਣ, ਉਹਨੂੰ ਪਤਾ ਜਾ ਕੇ ਟੀਕੇ ਹੀ ਲਾਣੇ ਨੇ। ਉਹ ਤੇ ਨਰਸਾਂ ਵੀ ਹੈਗੀਆਂ ਨੇ ਜਰਨੈਲ, ਉਹ ਹੀ ਨਾ ਉਹ ਤੇ ਹੈਗੀਆਂ ਨੇ ਨਰਸਾਂ ਵੀ ਨੇ। ਉਹ ਜਿਹੜਾ ਜਰਨੈਲ ਹੁੰਦਾ ਉਹ ਵੀ ਹੋਮਿਓਪੈਥਿਕ ਹੀ ਜਰਨੈਲ ਹੁੰਦਾ ਜਾਂ ਜ਼ਿਲੀ ਬਰੂਜ਼ੀ ਹੁੰਦਾ। ਸਾਡੇ ਜਿਹੜੇ ਬਣੇ ਨੇ ਐਸ ਜ਼ਮਾਨੇ ਮੇਰੇ ਜ਼ਮਾਨੇ ਮੈਂ ਕਿਹਾ ਜਿਹੜਾ ਇਹ ਕਹਿੰਦੇ ਜ਼ਿਲੀ ਬਰੂਦੀ ਅਕਸੀ ਗੈਰ ਅਕਸੀ ਗੈਰ ਮੁਸਕਿਲ ਵਗੈਰਾ, ਤੇ ਇਹਦੇ ਚ ਹੋਮਿਓਪੈਥਿਕ ਵੀ ਬਾਤ ਹੈ ਹੁਣ
ਕੱਲ ਇੱਕ ਆ ਕੇ ਕਹਿ ਰਹੇ ਸੀ ਮਿਰਜ਼ਾ ਸਾਹਿਬ ਸੈਂਸੀ ਨਬੀ ਵੀ ਹੈ ਨੇ। हाँ हाँ नहीं वो जाहिर खान साहब ਜ਼ਾਹਿਰ ਅਹਿਮਦ ਉਹ ਮੈਂ ਚੁੱਪ ਕਰਕੇ ਮੈਂ ਕਿਹਾ ਇੱਥੇ ਜਿਹੜੇ ਬੁਨਾ ਦੇਖਾ ਖਰਚਾਤ ਨਹੀਂ ਦੇਣਾ ਔਰ ਰਾਣੇ ਦਾ ਵੀ ਟਾਇਰਡ ਖੁੱਲਿਆ ਤੇ ਰਾਣੇ ਦਾ ਟਾਇਰਡ ਖੁੱਲਿਆ ਹੋਵੇ ਇੱਕ ਬੰਦਾ ਰਾਜਪੂਤ ਹੋਵੇ ਉਤੋਂ ਰਾਣਾ ਖੁੱਲ ਗਿਆ ਹੋਵੇ ਟਾਇਰਡ ਉਹ ਤੇ ਫਿਰ ਆਪਣੀ ਨਹੀਂ ਮੰਨਦਾ। ਵੈਸੇ ਤਾਹਿਰ ਅਮਜਦ ਸਾਹਿਬ ਜਦੋਂ ਸਾਡਾ ਬਚਪਨ ਸੀ ਨਾ ਤੇ ਅਸੀਂ ਦੇਖ ਨਾ ਸਕੇ ਅਹਿਮਦੀ ਨੂੰ ਕਿਸੇ ਨੇ ਗਾਲਾਂ ਕੱਢਣੀਆਂ ਤੇ ਉਹਨੇ ਚੁੱਪ ਕਰਕੇ ਚਲੇ ਜਾਣਾ ਕਿ ਲਾਹੌਰ ਵਾਲਾ ਕੋਪਾ ਪੜ ਕੇ ਜੀ ਹੈ। ਜਿਹੜਾ ਹੁਣ ਜ਼ਮਾਨਾ ਨਾ ਹੁਣ ਸਾਡੇ ਬੰਦੇ ਟ੍ਰੇਨ ਹੋ ਗਏ ਨੇ ਟਿਕਟੌਕ ਦੇ ਟੱਕਰ ਦੇ। ਯਾਰ ਮੈਂ ਹੁਣ ਕੀ ਗੱਲ ਦੱਸਾਂ ਮੈਂ ਜਿੰਨਾ ਤੰਗ ਕਰਦੀ ਹੁੰਦਾ ਸੀ ਮੌਲਵੀਆਂ ਨੂੰ ਜਾਮੇ ਚੱਲ ਜਾਣਾ ਮੀਰੂ ਦੀ ਟੱਕ ਸ਼ਾਪ ਤੇ ਰਾਈਟ ਹਾਂ ਔਰ ਇੱਕ ਜੋ ਕਲਾਸ ਫੈਲੋ ਸੀ ਉਹ ਜਾਮੇ ਚ ਗਿਆ ਨਾ ਤੇ ਫਿਰ ਉਹ ਹੁੰਦਾ ਸੀ ਖੁੰਦਕਬਾਜ਼ੀ ਕਿ ਇਹ ਤੇ ਇਹਨਾਂ ਨੇ ਅੱਜ ਨਹੀਂ ਤੇ ਕੱਲ ਸਿਆਣਿਆ ਹੋ ਜਾਣਾ ਮਜ਼ਹਬ ਦੇ ਵਿੱਚ ਰਾਈਟ ਤੇ ਇਹਨਾਂ ਨੂੰ ਹਾਊ ਟੂ ਕੀਪ ਅਪ ਵਿਦ them ਫਿਰ ਅਸੀਂ ਖਿਲਾਫਤ ਲਾਇਬ੍ਰੇਰੀ ਜਾ ਕੇ ਫਿਰ ਇਤਰਾਜ਼ ਲੱਭਣੇ ਨਾ ਕਿ ਕਿਸ ਤਰ੍ਹਾਂ ਕਰਨਾ ਹੈ ਤੇ ਯਾਰ ਤਾਂ ਤੁਸੀਂ ਅੰਦਾਜ਼ਾ ਨਹੀਂ ਕਰ ਸਕਦੇ ਮਤਲਬ ਜ਼ਾਹਿਰ ਹੈ ਇੱਥੇ ਜਾਨਸਨ ਜਸੂਸ ਉਹ ਮਤਲਬ ਕੈਸਰ ਵਰਗੇ ਬੈਠੇ ਨੇ ਨਾ ਉਹਨਾਂ ਨੇ ਫੜ ਲੈਣੀ ਗੱਲ ਨਹੀਂ ਮੈਂ ਮਜ਼ਾਕ ਕਰ ਰਿਹਾ ਯਾਰ ਯਕੀਨ ਕਰੋ ਅਸੀਂ ਅਕਾ ਮਾਰਨਾ ਮੌਲਵੀਆਂ ਨੂੰ ਨਾ ਇਹ ਕਿਸ ਤਰ੍ਹਾਂ ਹੋਇਆ ਲੇਕਿਨ ਇਹ ਕਿਸ ਤਰ੍ਹਾਂ ਹੋ ਗਿਆ ਤੇ ਉਹ ਕਿਸ ਤਰ੍ਹਾਂ ਹੋ ਗਿਆ ਤੇ ਇੰਜ ਹੋ ਗਿਆ ਤੇ ਇੰਜ ਇਹਨੂੰ ਦੋ ਤਿੰਨ ਚੀਜ਼ਾਂ ਨੂੰ ਲਾ ਅੱਛਾ ਜ਼ਮਾਨਾ ਸੀ ਨਾ ਸਬਰ ਤਹਮਲ ਸੀ ਪਾਕਿਸਤਾਨ ਦੇ ਲੋਕਾਂ ਚ ਉਹ ਨਹੀਂ ਚੰਗੀ ਤਰ੍ਹਾਂ ਉਦੋਂ ਵੀ ਉਹ ਜੋਸ਼ ਹੁਸੈਨੀ ਸਰ ਸਭ ਤੋਂ ਥੱਲੇ ਕਮੈਂਟ ਹੈ ਸੂਰ ਦੇ ਬੱਚੇ ਨੂੰ ਦੁਆ ਕਰੋ ਬਲੈਕ ਲਿਸਟ ਕਰੋ ਕਿਹਨੂੰ ਕਿਹੜੇ ਇਹ ਸਭ ਤੋਂ ਥੱਲੇ ਕਮੈਂਟ ਕੁੱਤੇ ਦਾ ਬੱਚੇ ਨੇ ਕਿਸੇ ਨੇ ਆਪਣੀ ਮੈਂ ਪੜ੍ਹ ਵੀ ਨਹੀਂ ਸਕਦਾ ਜੀ ਓਏ ਹੋਏ ਅੱਛਾ ਹਾਂ ਹੁਸੈਨੀ ਸਾਹਿਬ ਨੂੰ ਇਹ ਜਿਹੜਾ ਐਕਸਪੰਜ ਕਰੋ ਕਮੈਂਟ ਨੂੰ ਕਿਸੇ ਨੇ ਫਜ਼ੂਲ ਬਕਵਾਸ ਇਸ ਨੂੰ ਪਰਮਾਨੈਂਟ ਹੁਸੈਨ ਸਾਹਿਬ ਅगर हो सके तो इसकी आईडी ब्लॉक करो एक मुलहिद आया हरामी एनीवेज बात ये अमजद साहब आप ये जो अकबर को जानते हैं अकबर खान जो कि ये है यार मैंने इसको ये उम्र में मुझसे छोटा है मैंने इसको मुझे नहीं याद पड़ता मतलब मैंने नहीं इसको देखा हुआ लेकिन ये मास्टर हारून साहब का भतीजा है राइट मास्टर हारून साहब जो थे ना रब्बा में पता नहीं आप जानते हैं और इसका इसने कत्ल कर दिया था अपने चाचे का ना और वो बास्केटबॉल का बड़ा अच्छा प्लेयर था मतलब पाकिस्तान लेवल का प्लेयर था इसका चाचा और ये मैंने इसको मैं ये अगर रब्बा में हो ना ये दद्दे के नाम से जाना जाता है राइट ये जो है ना राणा जाहिद साहब ये इनका हम उम्र है मुझसे तो ये काफी छोटे थे ना काफी बकवास कर रहा था वो नहीं कल नहीं कर रहा था वो हमेशा ही करता है मतलब मेरे बारे में या किसी और के बारे में इसके साथ वाकई कुछ हुआ जड़ा पिटदा रहता हर वाले जी इसके साथ होमो बहुत होते हैं और ये वो इस तरह शॉर्ट भी बहुत और मैं कहता हूँ मैं ऑनेस्टली मतलब इट इज आई थिंक इट इज टू लो फॉर मी टू गो इन दैट लेवल टू डिस्कस लेकिन अब कि मतलब मुश्तिल करने के लिए मतलब मेरे बारे में ये इसके साथ ये हो गया फलाने ने यूं कर दिया था इसको बचपन में यूं कर दिया था यूं कर फिर वो दूसरे जो है आमिर नज़ीर खुद नहीं लेकिन उसके हम नवा जो हैं वो भी उसको कैरी करते हैं कि इसने ये कह दिया और मैं उसको इसलिए नहीं रिस्पॉन्ड करता कि मेरे लिए मुनासिब नहीं ये पहले असल में ना ये प्योर डिस्कशन ग्रुप में वो अमीर फैसल के ग्रुप में ना वो बहुत हुआ है वहां पे था ये अकबर हाँ इसको कई दफा फिर उन्होंने इसको ब्लॉक किया फिर इसने ये जो मेरे बारे में जो इसकी रेपुटेशन है वो एक नईम साहब है उनके नाम से वो उनसे रिकॉर्ड करवा के प्रोपेगेंडा किया फिर ये एक वाहिद बंदा है एक तो ये है और एक कनाडा में रफीक है अगर आप जानते हो अहमद करीम का यार एक रफीक उसका फादर जो था ना आर्मी का रिटायर्ड डॉक्टर था एंड ही स्पेंट होल लाइफ इन फजल उमर हॉस्पिटल रफीक वो यूट्यूब एक शेख को तो मैं जानता हूँ एक शेख का बड़ा पक्का यार है नहीं एक तो हाफिज अकबर था ना उनसे उसको मैं जानता हूँ ये हाफिज अकबर को मैं जानता हूँ वो मेरे से 1 साल छोटा वो बहुत ज़हीन था जिस तरह के 35 नंबर है ना
हाफिज अकबर के वालिद को अभी भी हमारे पास ही हैं, ही वाज प्रोफेसर इन नाइजीरिया ऑफ फिजिक्स। हाँ हाँ, वो अल शफीक जो है ना इंस्टीट्यूट, ये अकबर बहुत इंटेलिजेंट था। वो ये तो मैं हाँ इसको मार पड़ी थी ना उधर, अल्लामा इकबाल मेडिकल कॉलेज में था सेकंड ईयर में। हाँ, ये अकलाता होता था, लेकिन ये ही वाज वेरी वेरी इंटेलिजेंट पर्सन। लेकिन ये अकबर खान ये तो मतलब ये तो वैसे ही लो बैठ है। रफीक और अकबर खान, इन दोनों की जो तान है वो गंदगी पे टूट। ये अगर होता था ये जो है ना, इनके जो तारुफ है, मतलब चूंकि मैं जानता हूँ वो सुधा भट्ट के, मुदा और मुन्ना, ये मतलब ये बहुत फराक थे। हातम ताई की कबर को लात मारता था उस मामलात में ना। हाँ, मतलब वो मैं क्या कहना, इतना ही बहुत है। मैं इसलिए इसको ना बहुत दफा ना, तकरीबन 1 साल मैंने इसको कहा, मैं कहा दादा ना कर इस तरह ना, मतलब आई डोंट वांट टू एंगेज। लेकिन ये बात नहीं। तो फिर अमीर फैसल ने उसको फ़ोन किया और उसने फिर मुझसे माफ़ी मांगी। मैं कहा कोई बात नहीं। कहता मुझे इसने फ़ोन किया और मुझे क्या, वो मैंने आज तक नहीं उसको देखा हुआ ना। किसको? वो नईमुल्ला खान है कोई नाम है। वो जो इंग्लैंड में गालबन होता था, वो व्हाट्सएप में ही हुई। वो उसने फिर उसको भी कहा कि उसने मुझसे माफ़ी मांगी। मैं तो टोनी को मैं जानता भी नहीं, तो मुझे इसने कहा है कि कोई ऐसा रिकॉर्ड करा के ना तो भेज दो ताकि मैं इसको बदनाम करूँ ना मुझे। तो मैंने कहा कोई बात नहीं, हो गया। तो उसने माफ़ी मांगी अमीर फैसल को ना से भी, कि मतलब ये बिल्कुल बेबुनियाद, और ये अकबर खान के कहने पे मैंने वो ऑडियो रिकॉर्ड कराई है। अच्छा खैर, इसको क्या किया जाए। हाफिज अकबर किधर है आजकल? लंदन में होता है, कनाडा को तो छोड़ दिया। हाँ, वो जाहिर है उसने शादी कर ली, वो खत्म नबूवत, वो तो काफी एक्टिव रहा है। पहली बीवी का क्या किया? उसमें से तो सिर्फ बेटियां थी। मुझे नहीं पता, वो मेरा समझी और मेरा वो है, आप पता नहीं जानते, रशीद नदीम साहब को जानते हैं? रशीद कौन से? रशीद नदीम जो शायर हैं। नहीं मैं नहीं जानता। अच्छा, तो और सलमान, वो तनवीर स्टूडियो वाले को जानते? नहीं। हाँ, मतलब वो उनका ये था साथी ना, टोरंटो में रहता। वालदा, फादर और बहन तो इधर ही है, वो तो पक्के अहमदी है ना। वो यार उनकी वालदा तो कुरान पढ़ाती है लजना को, और हाँ। लेकिन ये इनका मेरा ख्याल दोनों का जो है ना, वो मेहदी साहब के साथ जो है ना ज़ाती तौर पर इख्तलाफ हुआ था। मुझे उनका तो फर्शों पता है। और अहमद करीम का भी यही हुआ। अहमद करीम का भी और इसका भी, और उस बाद में जो है मजेदारी की बात है कि अहमद करीम के बेटे का निकाह था और निकाह पढ़वाने मस्जिद आया बेटे का, क्योंकि बेटा और बीवी तो अहमदी है ना अभी तक उसकी। तो बेटे अच्छा? का जब वही है, तो वो जो मिसिस आगा में मस्जिद है ना मैथीसन के ऊपर, तो उसमें निकाह हुआ। तो मैं भी था, जुमा पढ़ने गया हुआ था, तो आया हुआ था उधर। तो ये इसने बड़े धक्के गए हैं। पहले गुलाम अहमद परवेजी की तरफ हो गया था, फिर हज़रत मसीह अहमद को मानता था, लेकिन इसका झगड़ा वाकई वो आप कह रहे हैं कि जो मेहदी साहब के साथ ही हुआ। यार मैंने पहले इनसे ना AK शेख साहब से गपशप, मैंने कहा मुझे कतन कोई फ़र्क नहीं पड़ता कि आप XMD हैं, YMD हैं, ZMD हैं, मज़हब को नहीं मानते, मेरे लिए मज़हब कोई मसला नहीं है कि उससे मैं रहूँ। तो कोई भी हो, सुन्नी शिया या कोई मज़हब से तल्लुक़ ना हो, मुझे कतन कोई फ़र्क नहीं पड़ता। तो लेकिन सिर्फ एक रिक्वायरमेंट होती है, मेरी ख्वाहिश होती है कि जिनसे बात करो साफ़ सुथरी गुफ्तगू हो। गाली गलौज वो करने से मैं मतलब बेजार होता हूँ। तो काफ़ी अरसा इनसे चलती रही, लेकिन उसके बाद फिर वो मेरा ख्याल है ਤੁਸੀਂ ਆਪਸ ਵਿੱਚ ਇੱਕ ਦੂਸਰੇ ਨੂੰ ਕਾਲ ਕਰ ਲਓ। नहीं तुसी कर लो, तो तुसी चुप करके बैठे हो, तो फिर ਦੋਏ ਬਾਬੇ ਜਨਾਬ ਅਲੀ ਉਹ ਬਾਬਾ ਕਿਹਨੂੰ ਕਹਿਣ ਦੇ ਹੋ ਯਾਰ? ਮੈਂ ਤੇ ਤੁਹਾਡੇ ਨਾਲੇ ਬਾਬਾ ਰਾਤ ਰਹਿ ਗਿਆ ਜੀ, ਨਾਲੇ ਬਾਬਾ ਰਾਤ ਮੈਨੂੰ ਨਸ਼ੇ ਕਰਕੇ तो गाना चंगा ला गया, मैंने दे गया रुपया कोटा। क्यों मतलब कैसे साहब, तुसी कोई गल कर लो भाई। हम तो हम एक दूसरे को जानते हैं, रिश्तेदारों को तो इतनी मजे भी मैं काफी पी लिया सी।
ਤੇ ਮੈਂ ਇਹ ਦੋ ਬੈਠੇ ਕੱਪ ਸਨ ਚਾਹ ਉਮਰ ਰਬਾਬ ਦੀ ਬਰਾੜ ਤੇ ਓਏ ਹੋਏ, ਕਾਫੀ ਉੱਥੇ ਦਾ ਵੀ ਘੁੱਟ ਮੈਂ ਭਰਿਆ ਤੇ ਨਾਲ ਹੀ ਗਾਰ ਵਾਲਾ ਮਸਲਾ ਸ਼ੁਰੂ ਹੋਇਆ ਤੇ ਸਾਰੀ ਕਾਫੀ ਮੇਰੀ ਬਾਹਰ ਹੀ ਆਈ ਹੈ ਫਿਰ। ਉਹ ਬੜਾ ਮਜ਼ਾ ਆਇਆ ਵੀ ਉਹ ਆਪਣਾ ਉਹ ਇੱਕ ਵਿਜਸ਼ੀਆ ਆ ਗਿਆ ਨਾ ਨੀਟੋ ਦਾ ਭਰਾ ਉਹ ਕਹਿੰਦਾ 12 ਇਮਾਮ ਹੈਗੇ ਨੇ ਤੇ ਉਹ ਜਿਹੜਾ ਇਮਾਮ ਗਾਇਬ ਹੈ ਇਮਾਮ ਮਹਿਦੀ ਜਿਹੜਾ ਉਹ ਗਾਰਾਂ ਦੇ ਵਿੱਚ ਬੈਠੇ ਨੇ ਉਹ ਰਸੂਲullah ਦੀ ਅਹਿਲੇ ਬੈਤ ਵਿੱਚੋਂ ਹੋਣਗੇ ਤੇ ਉਹ ਅੱਗੋਂ ਆਵਾਨ ਕਹਿੰਦਾ ਉਹ ਮੈਨੂੰ ਇਹ ਤੇ ਦੱਸੋ ਗਾਰ ਵਾਲੇ ਇਮਾਮ ਮਹਿਦੀ ਨੂੰ ਅਸੀਂ ਮੰਨਣਾ ਕਿ ਜਿਹੜਾ ਮੱਕੇ ਦੇ ਅੱਗੇ ਚੱਕਰ ਲਾਉਂਦਾ ਹੋਏਗਾ ਉਹਨੂੰ ਮੰਨ ਇਹ ਤੇ ਫੈਸਲਾ ਪਹਿਲੇ ਕਰ ਲਓ। ਨੇ ਉਹ ਅਸਲ 'ਚ ਯਾਰ ਇਹਦੇ ਵਿੱਚ ਨਾ ਜੋ ਮਤਲਬ ਤਲਤ ਸਾਹਿਬ ਜੇ ਲੱਗੇ ਹੋਣ ਭਾਵੇਂ ਕੋਈ ਆਪਣਾ ਹੋਵੇ ਜਾਂ ਕੋਈ ਹੋਰ ਹੋਵੇ ਰਾਈਟ ਜਦੋਂ ਤੇ ਮਲਕ ਤਲਤ ਸਾਹਿਬ ਨਾਲ ਇਖਤਲਾਫ ਹੋ ਜਾਏ ਨਾ ਤੇ ਕਿਸੇ ਵਕਤ ਵੀ ਟਾਇਰਾਇਡ ਖੁੱਲ ਸਕਦਾ ਉਹ ਤਾਂ ਖੁੱਲਿਆ ਅੱਜ ਖੁੱਲਿਆ ਉਹ ਤੇ ਲਾਜ਼ਮੀ ਹੁੰਦਾ ਨਾ ਮੈਂ ਤੇ ਉਹ ਮਤਲਬ मैंने वैसे समझ नहीं आती था रमजा साहब सॉरी टू कट यू ये जो मतलब कैसर भी बैठा हुआ है इनके मुसलमानों के बाद लोग हैं जो अपने वो एक्सट्रीम एंजाइटी में हर वक्त रहते हैं और उनमें स्पेशली एक बंदा है राहुल नईम और एक है अमजद खान। कोई अमजद खान ऐसी ऐसी बातें को करता हो मैं इन्हां दे घर वड़ के आया होया हो मैं इन्हां दे खलीफा नूं मिलिया आया हो मैं फलाने नूं जुत्तियां मारियां पता नहीं क्या चीज है को पागल है ज़हनी तौर पे और राहुल नईम कहीं भी चढ़ जाएगा वो जो गंद बकना शुरू करेगा खुदा की कसम वो कहेगा कि रसूलुल्लाह की मोहब्बत में मैं सारा कुछ बकवास कर इन्ना लिल्लाहि व इन्ना इलैहि राजिऊन। असल च यार टोनी भाई एक बात करना चाह रहा हूँ। हाँ जी बिल्कुल तुसी गल करो यहाँ पे ब्रॉड में ना काफ़ी दफ़ा डिस्कशन होती है तो कई लोग मजाक उड़ाते हैं ना मुद्दे का क्योंकि कुरान में क्लियर वो नहीं है ना इसलिए कि लिखा हुआ कि वो बोलते हैं ये कुछ और लिखा हुआ है एग्रीमेंट का लिखा हुआ है ये है वो अपना लेकिन मुझे मुत्ते की बातें नहीं होती थी कि फलाने तू मुत्ते दी ला दे दे एक मजाक ही उठता है ना एक किस्म का। तो मुझे आज तो नहीं कल इंशाल्लाह मैं हदीसें मिल गई हैं इसकी अपना सही मुस्लिम सही बुखारी से नहीं जो मुद्दे की वजह से कोई बच्चा पैदा होता है तो नहीं होता वो तो नहीं वो ये देखिए मैं यही कह रहा मैं बिल्कुल यही मैं कहने लगा था जुबैर के जो बेटे थे ये मुत्ते से हुए थे ये अबू बकर सदीक रज़ी अल्लाह तआला अन्हु के ये नवासे हैं ना नहीं हज़रत जुबैर तो बीबी आयशा के भी वो है ना भांजे हैं ना कज़न थे ना बात कहने का टोनी भाई यहाँ कहने का मतलब ये है कि यहाँ लोग बहुत मजाक उड़ाते हैं इस चीज़ का कि जो फलाने आप मुत्ते दियो ला दे। अच्छा कुरान से तो चलो क्लियर नहीं है ना लेकिन मुझे सही बुखारी की 2 हदीसें मिली कि जहाँ सहाबा कराम मोहम्मद अब्दुल्ला कह रहे हैं कि हमने आखिर तक वो अपना हम मुट्ठी भर खजूरें देकर मुत्ता किया करते थे। तो ये मैं इंशाल्लाह कल या परसों जब भी आप बोलेंगे क्योंकि अभी तो या मानते ही नहीं है कोई कहते हैं नहीं जी ये कुरान में तो कुछ अजीब सा लिखा हुआ है नहीं क्लियर नहीं है। तो कश्मीरी साहब बात यही है कि जब हम इनकी किताबों और हदीसों से जवाब देते हैं ना जो इतराज़ात ये नौज़ुबिल्लाह हज़रत मिर्ज़ा साहब से उठाते हैं तो फिर चीखाएं नदियाँ निकल दी ने यही तो बात है कि जब कहते तुम्हारा इस्लाम के साथ तल्लक क्या है रसूलुल्लाह की जात के साथ तुम कौन होते तुम मिर्ज़ा साहब की बात करो तो हम कहते हैं कि इस्लाम में तो ये सारा कुछ तुम्हारे बाबों ने लिखा हुआ यहाँ है इसका तो फिर जवाब दो कि ये क्या है तो फिर इनकी चीजें निकलती हैं वही तो हम कहते हैं। लेकिन मैंने ये देखा है मास्टर भाई अहमदी भाई और गैर अहमदी भाई दोनों मजाक उड़ाते हैं मुत्ते का कई जिनको नहीं पता दोनों ने क्योंकि वो उसको शिया समझते हैं ना क्या नाम है उसका शार्प शूटर को तो उसको मेरे सामने कितनी दफ़ा अहमद जाट ने बोला शायद आपने भी 2 दफ़ा बोला था मुत्ते दियो ला दे फलाना ये कहने का ये मतलब है कि ये आखिर तक जारी रहा है रसूलुल्लाह ने बंद नहीं किया इसको ये मुत्ता होता था ये जब जंगों में जाते थे ना साहबा कराम क्यों 4-4 महीने वहां पे बैठे रहते थे तो रसूलुल्लाह से फिर उन्होंने फरमाया या रसूलुल्लाह हम खसी ना हो जाए ये लफ्ज़ लिखा हुआ है खसी का हदीस में तो उन्होंने फिर बोला कि आप ये मुत्ते का वहां से फिर उन्होंने बोला कि आप मुत्ता कर लिया करें। असल में कश्मीर साहब बात ये है कि जो होती है ना चीज़ मुतनाज़े है उसमें ये होता है कि जब दोनों तरफ की रवायात मिलें अगर तो वन साइडेड हों फिर वो चीज़ मुतनाज़े नहीं रहती यानी अब अगर आप एक पेश कर देंगे कि मुता उस वक़्त तक भी हुआ अब उसके ख़िलाफ़ जो है आपको बहुत सारी ऐसी रवायात भी मिलेंगी
جس میں فلانی جنگ کے بعد متع کو ختم کر دیا، رسم کو ختم نہیں کر نہیں صاف دیا. لکھا ہوا ہے ٹونی بھائی، حضرت عمر نے دوسرے خلیفہ نے ختم کیا. کسی کی دیکھیں جب جو چیز رسول اللہ کے دور میں ہو رہی ہے، حضرت بکر سے دوسرے خلیفہ تک کے دور میں، اس کو کوئی ختم نہیں کر سکتا. باقی کسی کے پاس اختیار نہیں ہے یہ جو ختم کرے اس کو. اور تراوی بھی حضرت عمر نے شروع کی. وہ تراوی تو چلے انہوں نے جماعت کی شکل دی ہے نا، جو تراوی تو پڑھتے تھے شاید لوگ اپنی اپنی 2 3 4 کر کے، لیکن جماعت کی شکل انہوں نے دی ہے. ہاتھ باندھ کے جو ہم نماز پڑھتے ہیں یہ حضرت عمر نے شروع کرایا ہے. یہ پہلے ہاتھ باندھ کے نہیں پڑھتے تھے، پہلے خلیفہ تک ہاتھ کھول کے پڑھتے تھے نماز. اللہ قرآن میں کہہ رہا ہے ایسے عبادت کرو جیسے پرندے کرتے ہیں. پرندے تو اپنے پر کھولتے ہیں، لیکن کیا ہے کہ جو کوئی ایک آیا تھا نجاسی، اپنا کیا بولتے ہیں قبیلہ تھا، تو وہ سورج کی پوجا کرتے تھے. تو ایک دفعہ حضرت عمر کے پاس آئے تو انہوں نے دیکھا صبح اٹھ کے کہ وہ اپنی کوئی عبادت کر رہے ہیں. تو انہوں نے پوچھا یہ لوگ کیا کر رہے ہیں ہاتھ باندھ کے؟ تو انہوں نے بتایا کہ یہ سورج کی پوجا کرتے ہیں تو اس کے سامنے ہاتھ باندھ کے کھڑے ہوئے. پھر انہوں نے بولا یار ہم اپنے رب کے آگے ہاتھ کھول کے پڑھتے ہیں تو مجھے تو لگتا ہے بے ادبی ہے، اس لیے آپ لوگ بھی ہاتھ باندھا کرو. یہ وہاں سے بچے ہیں. کشمیری صاحب پھر لونڈیوں کا حکم بھی ہے اپنا قرآن میں، تو ہے آج تک نہیں بند ہوا، آج تک بند نہیں ہوا. پھر جو وہ چیز نکاح کے قرآن میں بغیر ہے وہ تو آپ بند ہی نہیں ہو سکتی. بات وہ کیسے بند ہو سکتی ہے؟ پھر اس کا مطلب نکاح کے بغیر آپ عورت کو رکھ سکتے ہو کہ یہ میری باندھی ہے لونڈی لیکن ہے. وہ جنگوں میں اس وقت ہوتا ہے، جنگوں میں جو حصے میں آتی تھی وہی ہوتا تھا. اس کے بعد تو ابھی وہ ایسی جنگیں تو نہیں ہے تلوار بازی کی جو حصے میں آئے گا سامان لوٹیں گے تو عورتیں بھی آئیں گی تو ان کو ہم لونڈیاں یا باندیاں بنائیں گے. وہ تو سسٹم اب نہیں ہے. تو اگر ہم انڈیا پہ قبضہ کر تو لیں، لیکن جو حضرت بی بی ماریہ تھی وہ تو گفٹ ملی تھی رسول اللہ کو اپنا ایجپٹ سے، مصر سے تحفہ آئی تھی. بالکل، لیکن نکاح ہوا تھا نا ان کے ساتھ، شادی ہوئی رسول اللہ حضرت ہاں مریم ان جن کو سے بیوی بیٹا بنا. پیدا ہوا تھا حضرت ابراہیم. ہاں جی بالکل. صفیہ سے بھی بی بی صفیہ سے بھی نکاح ہو گیا تھا، کر لیا تھا انہوں نے. بالکل بالکل. لیکن یہ رسم و رواج تھے اس وقت یہ عربوں کے. تو کہنے کا یہ مطلب ہے کہ یہ ہم لوگ جو مذاق اڑا لے تو یہ چیزیں موجود ہیں، حدیثوں میں بھی موجود ہیں کہ وہ کرتے تھے، اس پہ قائم رہے ہیں. بات یہ ہے متے کہ پہ جب اچھا متا یہ لوگ یہ سمجھ لیتے ہیں نا بھائی کہ اس کی بہن چلو. کئی دفعہ میں نے ایک دفعہ وہ آپ کہ وہ کیا چھوٹی سرکار نہیں ہے، وہ تھوڑا میرے خیال میں آج کل وہ اس کو کہہ سکتے ہیں کہ آلے بیت یا شیعوں کے اٹھتے بیٹھتے ہیں. کشمیری بھائی ہاں جی. ایک حدیث ہے صحیح مسلم کی، آئی تھنک اس کا نمبر ہے 1406 کہ رسول اللہ صلی اللہ علیہ وآلہ وسلم نے فتح مکہ کے زمانے میں عورتوں سے متع کو کرنے سے منع فرما دیا تھا، اور یہ کہ ان کے والد صبرا نے اپنے ساتھی کے ہمراہ 2 سرخ چادریں پیش کرتے ہوئے نکاح متع کیا تھا. میں اس کو بھی اور دیکھ رہا ہوں. اچھا تو پھر جو نکاح متع کا ذکر قرآن کریم میں جو آیا تھا پھر ادا کی کرو. بات یہ ہے ملک قیصر صاحب اور کشمیری صاحب اور دوسرے، اب یہ بعض معاملات ایسے ہوتے ہیں کہ جو ریزالو نہیں ہو سکتے. اس طرح کہ اب ماتم کرنا جائز ہے یا نہیں، موسیقی حلال ہے حرام ہے، یہ متع بھی ان میں سے ایک ہے. اہل سنت والجماعت نے کبھی متع کو اپنانا نہیں، اس اور شکل میں نکاح مسیار یا اور نام دے دیں گے. اور لیکن جو فقہ جعفریہ یا اہل تشیع کے نزدیک وہ بالکل راسخ ہو چکی ہے ایک چیز، اس میں ان کو کوئی ڈاؤٹ ہی نہیں ہے. تو یہ چیز ایسی نہیں ہوتی کہ کوئی دلائل دیے جائیں تو کوئی دوسرا قائل ہو جائے. ادھر اگر آپ کو اگر دوسرے کی جو بات جو امپریسو بھی لگے گی تو ہو سکتا ہے آپ اس وقت خاموش ہو جائیں، لیکن جب اہل تشیع کے کسی اور دوست سے ملیں گے وہ آپ کو 3-4 اور روایات ایسی سنا دے گا آپ کے ہاں یار یہ بھی ٹھیک ہے. ادھر سے سن کر ادھر آئیں گے، ادھر کی بات سنیں گے، ہاں یار یہ بھی ٹھیک ہے. تو یہ ایسے معاملات ہوتے ہیں جو ہزار سال سے چل رہے ہیں، 1400 سال سے. تو ہمیں یہ ایکسپیکٹ نہیں کرنا چاہیے کہ ہم ان کو کوئی آرگومنٹ دے دوں گا پرو اس کے حق میں یا خلاف تو اس میں ایک چیز اسٹیبلش ہو جائے گی. یہ آپ کی طبیعت، اپنی ذہنی ساخت، آپ کی پسند ناپسند پہ بھی بہت حد تک ڈیپینڈ کرتا ہے. صرف یہ سیکھنا چاہیے کہ اختلاف رائے کو برداشت کرنا اور ایک دوسرے کو ایکسیپٹ کرنا ہمیں سیکھنا چاہیے.
یہ حدیث تو بالکل صحیح ہے، اس کی روایت ہر چیز صحیح ہے کہ ملک صاحب میرے رسول پاس اللہ جو دو ہیں نا، ملک صاحب میرے پاس جو دو حدیثیں ہیں وہ بھی صحیح، میں نے صحیح مسلم کی یا صحیح مسلم میں ابھی پڑھی نہیں، لیکن وہ اسی کی ہیں اور سند کے ساتھ ہیں۔ اچھا لے کر آؤ، ان کو پڑھتے ہیں نا۔ ہاں کہ ابھی میں کل لگاؤں گا کیا، اور کل مجھے بندہ بھیجے گا، پھر انشاءاللہ میں اس نے مجھے بتایا میں آپ کو بھیجنا، ان کو دیکھ لیں گے، اور دوسری اگر بات، ہاں مسئلہ جی ہوا تو پلیز قاری آپ صاحب جو سے بات پوچھ لیں۔ کہہ رہے ہیں نا، یہ جو حضرت اس کی رسول اللہ کی، دیکھیں حضرت زبیر تو رسول اللہ کے بعد آئے ہیں، انہوں نے ان کا جو بیٹا تھا محمد بن زبیر وہ متے سے ہوا تھا، تو اس کا مطلب ہے کہ وہ رسول اللہ کے کافی بعد تھے۔ کون ہاں سا؟ یہ چیک کرنا پڑے گا۔ نہیں 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 نہیں، ایسی بات نہیں ہے، ایسی بات نہیں ہے۔ رسول کریم صلی اللہ علیہ وسلم نے خود ان کے زمانے میں ہوا تھا، کافی دیر جو ہے وہ جب مہاجرین ادھر کر کے گئے تو ان کی کافی دیر کوئی اولاد نہیں ہوئی، تو وہ جس طرح ہوتے ہیں باتیں شروع ہو گئی تھی، تو عبداللہ بن زبیر جب پیدا ہوئے تو ایک خوشی کی لہر دوڑی تھی، اور یہ رسول کریم صلی اللہ علیہ وسلم کے دور میں تھے، وہ صحابی تھے عبداللہ بن زبیر۔ ہاں لیکن تیر ٹونی بھائی جو چیز قرآن میں آ گئی ہے وہ ختم تو نہیں ہو سکتی، منع تو نہیں، آپ رسول اللہ نے منع یعنی قرآن میں آ گئی ہے تو پھر منع ہو سکتی ہے ویسے نہیں، لیکن ابھی تک کنٹینیو ہے عراق میں، اور عراق میں تو بہت زیادہ دیکھیں بات یہ ہے، آج تک ہم لوگوں کو یہی نہیں پتا ہے کہ ہم یہ پتہ کیا سمجھتے ہیں کہ متعین ہے کہ کوئی لڑکی ہے کہ ایگری ہوگی سیکس کے لیے، مرد بھی ہے دونوں مل کے جا کے سیکس کر، نہیں، باقاعدہ نکاح ہوتا ہے، دو گواہ ہوتے ہیں، اور اس ہاں لیکن یہ ہے کہ وہ اس لیے کہ آپ کو گناہ سے بچانے کے لیے۔ دیکھیں کشمیری یہ بھائی، اپنا نجم البلاغہ میں بھی ٹونی بھائی یہ لکھا ہوا ہے کہ مولا علی نے کہ اگر ایک امتی شخص اس کو بند نہ کرتا تو قیامت تک کوئی مسلمان زنا نہ کرتا۔ دیکھیں میں پھر یہ کہوں گا کہ یہ ایسے مسئلے ہوتے ہیں کہ جن کے اوپر آپ خود ریسرچ کر لیں، دونوں طرف کی پروز اینڈ کانس جو ہے نا وہ خود مطالعہ کر لیں، اور اس کے بعد آپ کو جو دل کرے آپ اس پہ اس سے مطمئن ہو جائیں۔ سونی بھائی بھی نیچے دیکھیں، یہ بھی کافی اہل علم بندے ہیں، ویسے یہ بھی دیکھ رہے ہیں قرآن کے حکم اور اجازت کو کوئی حدیث ختم نہیں کر سکتی۔ ہاں نہیں صحیح ہے، مطلب اس سے کون اختلاف کر سکتا ہے، لیکن آپ کو پتہ نا کہ اہل سنت میں 4 آئمہ سمجھے جاتے ہیں، جنہیں کہتے ہیں آئمہ اربع، 4 امام سمجھے جاتے ہیں فقہ کے، جنہوں نے اصول وضع کیے ہیں۔ امام ابو حنیفہ ہیں، امام مالک ہیں، امام شافعی ہیں، اور امام احمد بن حنبل ہے، رائٹ۔ اب ان کے بارے میں ان کی اوپینین اگر آپ دیکھتے ہیں متع کے بارے میں تو آپ کو ایک رائے ملے گی۔ اگر آپ فقہ جعفریہ کا دیکھتے ہیں اور اہل تشیع کی پرانی جو ہیں بزرگوں کی روایات، میں اس میں کسی کی دل آزاری نہیں کرنا چاہتا، لیکن آئمہ معصومین کی اگر خالی الذہن ہو کر واقعی اسٹڈی کرنا چاہتے ہیں، اور آپ اس طرح کریں کہ کاغذ پینسل لے کے نا آپ اس طرح کریں کہ مولا علی علیہ السلام اور حضرت جناب فاطمہ الزہرا سلام اللہ کے بعد ان کی جتنی شادیاں ہوئی ہیں وہ لکھ لیں، آگے ان کی اولاد جتنی ہوئی ہے، ٹھیک ہے، اور اس کے بعد امام حسن کی اور امام حسین علیہ السلام کی اور ائمہ کی نا، آپ 12 تو ہیں نا، 12 امام ہیں، ان سب کی نا وہ آگے لکھ لیں کہ کتنی کتنی شادیاں تھیں اور کتنی کتنی اولاد تھی، اور اس میں یہ کہتا ہوں بالکل نیوٹرل ہو کے نا، خالی الذہن ہو کر ایک طالب علم کی طرح وہ لکھ لیں، آپ کو پوری تصویر بالکل واضح ہو کے آ جائے گی۔ میں اس معاملے میں مجھے تھا ایک تجسس ایک دور میں، اور اس میں کافی وقت لگایا، تو میں تو یہی سمجھتا ہوں کہ اگر آپ کو واقعی شوق ہے دیکھنے کا، اور یہ بھی نہیں چاہتے کہ کسی کی گالی گلوچ ہو، تلخ کلامی ہو، کوئی سخت جملہ کہیں اور واپسی پر بھی آئے، تو آپ خود تحقیق کر لیں، تو اس سے بہت ساری چیزیں واضح ہو جاتی ہیں۔
लेकिन हम टोनी भाई कुछ चीज़ें तो हैं ना जो पूरी उम्मत पूरी फिक्का छोड़ रही है। मसलन कुरान में साफ लिखा हुआ है कि करो अपने सर और पाँव का मसा। हम पाँव धो रहे हैं, लेकिन वो लोग हैं वो मसा ही करते हैं। अब कुरान में वल लैल का लफ्ज़ है, देखें रोज़ा खोलने का वल लैल यानी रात, जब स्याही छा जाए उस पे साफ लिखा हुआ रात का। हमारे लोग जो बदतर के बदतर फिरके हैं, हम रोज़ा खो रहे होते हैं जब सूरज की किरणें नजर आ रही होती हैं। साफ साफ कुरान की ये पता चल रहा है कि हम वो कर रहे हैं, फिका के पीछे चाह रहे हैं, कुरान के पीछे नहीं चाह रहे हैं। देखिए बोलते हैं वो तो कहते हैं तारे निकल है जी, ये तो इख्तिलाफ भी है ना। जब सितारे निकल आए तो तारे वल लैल का जिक्र है रात का। सही है। अब और उसको हदीसों में भी define लिखा हुआ है कि जब सहाबा कराम जैसे अपना खलीफा थे, वो अपना नमाज अजान दे के उसके बाद यानी 15 मिनट गुजर जाते हैं, उस वक्त अंधेरा, उस वक्त खोल देते रोज़ा ही। लेकिन हम पूरी उम्मत जो है हम खो रहे हैं। मैं एक जहाज पे था एक दफ़ा, बंदे रोज़ा खो रहे हैं, साफ सूरज नज़र आ रहा है, साफ साफ कुरान की आप वो कर रहे हैं। हाँ जी, सफर में तो रोजा रखना ही नहीं चाहिए, तो अल्लाह के बंदे जहाज पे जहाँ पे 12 घंटे का फर्क होता है, और वैसे भी नहीं। आप इसमें भी देखें, अपना ज़मीन पे भी देखें, जब हमारे लोग रोज़ा खो रहे होते हैं तो लाली नज़र आ रही होती है सूरज की। तो अब ये बताए ना, ये चीज़ें समझ नहीं आती। कुरान की हम लोग कर तो रहे हैं ना, हुक्म तो नहीं मान रहे। हम भी मगरिब की नमाज की अजान पे खोल बहरहाल। लेकिन ये मुद्दे का चक्कर ये है कि इमेजिन करें कि इसमें तो औरत की कोई सेफ्टी सिक्योरिटी नहीं है। किसी औरत को आप कहें तो उसके बाद यार आजकल के ज़माने में जी मैं तेरी बेटी के साथ निकाह कर रहा हूँ सिर्फ 15 दिन ना, कितनी बेगैरती की बात। अब मुझे ये बताएं, जो लोंडियों का लोंडियों में क्या कोई निकाह होता था? नहीं, कोई निकाह, कोई कुछ नहीं। इसमें तो फिर निकाह है मेरे भाई। किसमें? मुत्ते में हाँ ठीक है। मुद्दे में निकाया, दो गुआया, बच्चा हो गया तो उसकी कफालत आपको करनी है। गाल सुनो ना टोनी साहब, मैं मेरे सारा गाल सुनो, मेरे दोस्त सारे करने जाने ले, गुआ तो बगैर हो ही नहीं सकनी शादी निकाह मुद्दे यार। और उसके अंदर अगर बच्चा होगा तो कफालत भी उसके साथ है, और उसी तरह उद्दत भी है। जब छोड़ेंगे तो 2 या 3 महीने वो बैठेगी कि पता चलेगा अमल तो नहीं है इसके अंदर। एक किस्म का पूरा निकाह है, पूरी शादी है। अब आप देखें लोंडियां जो है, ये तो कोई शादी नहीं थी, ये तो आप गर्लफ्रेंड ही समझ लेना, पकड़ ली जो मर्जी करें आप उसके साथ। कश्मीरी भाई जाने दें, मैं अब कहता हूँ इसको, इसके पोस्टमार्टम ना करें। तो फिर ज़ाहिरी बात है